ਮੈਂ ਜ਼ਮੀਨਾਂ ਦੇ ਬਾਰੇ 'ਚ ਪਹਿਲਾਂ ਵੀ ਕੁਝ ਬਿਆਨ ਕਰ ਚੁੱਕਿਆ ਤੇ ਮੈਂ ਦੇਖਿਆ ਕਿ ਕੁਝ ਬੰਦੇ ਜਿਹੜੇ ਨੇ ਉਹ ਸਵਾਲ ਕਰਦੇ ਨੇ ਬਈ ਸਾਨੂੰ ਇਹਨਾਂ ਚੀਜ਼ਾਂ ਦੀ ਵਜ਼ਾਹਤ ਕਰੋ ਕੁਝ, ਕਿਉਂਕਿ ਮੈਂ ਇਹ ਦੱਸਿਆ ਕਿ ਹਰ ਜ਼ਮੀਨ ਦਾ ਇੱਕ ਸੀਰੀਅਲ ਨੰਬਰ ਹੁੰਦਾ ਹੈ ਜਿਸ ਨੂੰ ਆਖਦੇ ਨੇ ਖਸਰਾ ਨੰਬਰ। ਤਾਂ ਜਿਸ ਵਕਤ ਗੌਰਮੈਂਟ ਆਖਦੀ ਹੈ ਕਿ ਇਹ ਇੱਕ ਗਰੁੱਪ ਬਣਾਇਆ ਜਾਂਦਾ ਮੁਖਤਲਿਫ ਨੰਬਰਾਂ ਦਾ, ਤਾਂ ਉਸ ਨੂੰ ਆਖਦੇ ਨੇ ਖੇਵਟ ਨੰਬਰ। ਤਾਂ ਮੈਂ ਇੱਕ ਨਕਸ਼ੇ ਦੇ ਉੱਪਰ ਬਣਾ ਕੇ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇਹਦੇ 'ਚ ਕੀ ਨੁਕਸਾਨ ਹੁੰਦਾ ਬੰਦੇ ਨੂੰ, ਖਰੀਦਾਰ ਨੂੰ ਕੀ ਨੁਕਸਾਨ ਹੁੰਦਾ ਔਰ ਵੇਚਣ ਵਾਲੇ ਨੂੰ ਕੀ ਨੁਕਸਾਨ ਹੁੰਦਾ। ਇਹ ਇੱਕ ਤਸਵੀਰ ਸਾਹਮਣੇ ਕਰਨੇ ਆ ਜਿਸ ਦੇ ਵਿੱਚ ਮੈਂ ਦੋ ਖਸਰੇ ਜ਼ਾਹਿਰ ਕੀਤੇ ਨੇ। ਇੱਕ ਮਾਲਕ ਹੈ, ਉਹਨਾਂ ਦੋਵਾਂ ਖਸਰਿਆਂ ਦੀ ਇੱਕ ਖੇਵਟ ਬਣੀ ਹੈ। ਜਿਸ ਵਕਤ ਬੰਦਾ ਖਸਰੇ ਨੰਬਰ 'ਚ ਖਰੀਦੇਗਾ ਤਾਂ ਉਸ ਨੂੰ ਕਿਸ ਤਰ੍ਹਾਂ ਜ਼ਮੀਨ ਸਾਫ਼ ਮਿਲਸੀ, ਤੇ ਜਿਸ ਵੇਲੇ ਖੇਵਟ 'ਚ ਖਰੀਦੇਗਾ ਤਾਂ ਉਹ ਕਿਸ ਤਰ੍ਹਾਂ ਨੁਕਸਾਨ ਹੋ ਸੀ ਵੇਚਣ ਵਾਲੇ ਨੂੰ ਵੀ ਖਰੀਦਣ ਵਾਲੇ ਨੂੰ ਵੀ। ਮੈਂ ਇੱਕ ਤਸਵੀਰ ਬਣਾਈ ਹੈ ਤਾਂ ਕਿ ਬੰਦੇ ਨੂੰ ਸਮਝਣ 'ਚ ਆਸਾਨੀ ਹੋਵੇ। ਇੱਕ ਮਾਲਕ ਹੈ, ਇਹ ਸੜਕ ਦੇ ਉੱਪਰ ਉਸ ਦੀ 20 ਮਰਲੇ ਜ਼ਮੀਨ ਹੈ ਜਿਹੜੀ ਕਿ ਕਮਰਸ਼ਲ ਹੈ। ਇਹਦਾ ਖਸਰਾ ਨੰਬਰ 35 ਹੈ ਔਰ ਇਹ 5 ਲੱਖ ਤੋਂ ਮਰਲਾ ਹੈ। ਉਹ ਹੀ ਬੰਦਾ ਮਾਲਕ ਹੈ ਪਹਾੜ ਦੇ ਵਿੱਚ, ਉਸ ਦੀ ਜ਼ਮੀਨ ਹੈ 80 ਮਰਲੇ। ਉਹਦੀ 80 ਮਰਲੇ ਜ਼ਮੀਨ ਜਿਹੜੀ ਹੈ ਉਹ ਪਹਾੜ 'ਚ ਹੈ, ਉਸ ਦਾ ਖਸਰਾ ਨੰਬਰ ਹੈ 70। ਉਹ 1 ਲੱਖ ਰੁਪਈਆ ਮਰਲਾ ਹੈ। ਹੁਣ ਉਹ ਪਹਾੜ ਤੋਂ ਵੇਚ ਰਿਹਾ ਹੈ, ਉਹਦੇ ਕੋਲੋਂ ਜਿਹੜਾ ਬੰਦਾ 5 ਮਰਲੇ ਜ਼ਮੀਨ ਖਰੀਦ ਰਿਹਾ ਹੈ ਤੇ ਉਹ ਪਹਾੜ ਦੇ ਵਿੱਚੋਂ ਉਸ ਦੇ 4 ਮਰਲੇ ਵਿਕ ਗਏ ਤੇ 1 ਮਰਲਾ ਜਿਹੜਾ ਹੈ ਉਹ ਉਸ ਦਾ ਕਮਰਸ਼ਲ ਜ਼ਮੀਨ ਦੇ ਵਿੱਚੋਂ ਉਹ ਖਰੀਦਾਰ ਮਾਲਕ ਹੋ ਜਾ ਸੀ। ਇਸੇ ਤਰ੍ਹਾਂ ਅਗਰ ਮਾਲਕ ਜਿਹੜਾ ਉਹ ਸੜਕ ਦੇ ਉੱਪਰੋਂ ਵੇਚ ਰਿਹਾ 5 ਮਰਲੇ ਤਾਂ ਖਰੀਦਾਰ ਨੂੰ 1 ਮਰਲਾ ਸੜਕ ਵਾਲੀ ਮਿਲੇਗੀ ਔਰ 4 ਮਰਲੇ ਉਹ ਪਹਾੜ 'ਚ ਮਾਲਕ ਹੋਵੇਗਾ। ਇੱਕ ਵਕਤ ਆਪ ਸੀ ਕਿ ਜਦੋਂ ਉਹ ਸਾਰੀ ਜ਼ਮੀਨ ਪਹਾੜ ਵਾਲੀ ਵੇਚ ਛੋੜਦਾ ਹੈ ਤਾਂ ਉਹਦੀ ਸਮਝ ਲਓ ਕਿ ਉਹ ਸਾਰੀ ਜ਼ਮੀਨ ਜਿਹੜੀ ਹੈ, ਜੇ ਉੱਥੋਂ ਉਸਨੇ ਵੇਚੀ ਹੈ ਨਾ, 8 ਪਲਾਟ ਵੇਚੇ ਨੇ 5-5 ਮਰਲੇ ਦੇ, ਤੇ 8 ਮਰਲੇ ਉਹਦੇ ਇੱਥੋਂ ਵਿਕ ਗਏ ਨੇ। ਜੇ ਉਹਨੇ 10 ਮਰਲੇ ਵੇਚ ਛੋੜੇ ਨੂੰ, 10 ਪਲਾਟ ਵੇਚੇ ਨੇ ਤੇ ਉਹਦੇ 10 ਮਰਲੇ ਸੜਕ ਵਾਲੇ ਵਿਕ ਗਏ ਨੇ। ਉਹ ਜਿਤਨੇ ਬੰਦੇ ਉਸ ਕੋਲੋਂ ਖਰੀਦ ਰਹੇ ਨੇ ਉਹ ਸਾਰੇ ਬੰਦੇ 1-1 ਮਰਲੇ ਦੇ ਇਹਦੇ 'ਚ ਮਾਲਕ ਆ ਰਹੇ ਨੇ। ਹਰ ਬੰਦਾ ਜਿਹੜਾ 5 ਮਰਲੇ ਖਰੀਦੇਗਾ ਉਹ 1 ਮਰਲਾ ਮਾਲਕ ਜਿਹੜਾ ਉਹ ਸੜਕ ਦੇ ਉੱਪਰ ਆ ਜਾ ਸੀ। ਇਸੇ ਤਰ੍ਹਾਂ ਜਿਹੜਾ ਸੜਕ ਦੇ ਉੱਪਰੋਂ ਖਰੀਦ ਰਿਹਾ ਉਹ ਪਹਾੜ ਦੇ ਵਿੱਚ ਜਾ ਕੇ ਮਾਲਕ ਹੋ ਰਿਹਾ। ਕੱਲ੍ਹ ਨੂੰ ਜਿਹੜਾ ਬੰਦਾ ਮਾਲਕ ਅਗਰ ਪਿਆ ਸੜਕ ਤੋਂ ਵੇਚਦਾ ਤੇ ਉਹ ਖਰੀਦਾਰ ਜਿਹੜਾ ਬਣਾਉਣ ਲੱਗ ਸੀ ਤਾਂ ਉਹ ਮਾਲਕ ਜਿਹੜਾ ਇੱਥੇ ਚੰਦ ਮਰਲੇ ਦਾ ਸੀ, 1 ਮਰਲੇ ਦਾ ਇੱਥੋਂ ਬਣਿਆ ਕਰ ਸੀ ਮਾਲਕ, ਤੇ ਪਹਾੜ ਦੇ ਵਿੱਚ ਉਹ 4 ਮਰਲੇ ਦਾ ਮਾਲਕ ਬਣ ਸੀ। ਇਸੇ ਤਰ੍ਹਾਂ ਅਗਰ ਫਰਜ਼ ਕਰੋ ਉਹ ਬੰਦਾ ਪਹਾੜ ਤੋਂ ਵੇਚ ਛੋੜਦਾ ਤੇ ਉਹ ਸੜਕ ਦੇ ਉੱਪਰ ਜਿਹੜਾ ਉਹ ਖਰੀਦਾਰ ਜਿਹੜਾ ਮਾਲਕ ਬਣਦਾ ਜਾਂਦਾ ਹੈ। ਇਸ ਵਾਸਤੇ ਦੋਵਾਂ ਬੰਦਿਆਂ ਨੂੰ ਨੁਕਸਾਨ ਹੋ ਰਿਹਾ ਹੈ, ਵੇਚਣ ਵਾਲੇ ਨੂੰ ਵੀ ਨੁਕਸਾਨ ਹੋ ਰਿਹਾ ਹੈ, ਖਰੀਦਣ ਵਾਲੇ ਨੂੰ ਵੀ। ਇਸ ਵਾਸਤੇ ਕਿ ਉਹ ਖੇਵਟ ਵਿੱਚੋਂ ਵਿਕਦਾ ਪਿਆ। ਅਗਰ ਖਸਰੇ 'ਚੋਂ ਵਿਕਿਆ ਤਾਂ ਉਹ ਖਸਰਾ ਨੰਬਰ 35 'ਚੋਂ ਖਰੀਦੇਗਾ। ਫਰਦ ਉਹਨੂੰ ਸਿਰਫ 35 ਦਾ ਮਿਲਿਆ, ਲੇਕਿਨ ਗੌਰਮੈਂਟ ਆਖਦੀ ਹੈ ਕਿ ਨਹੀਂ, ਅਸੀਂ ਇਹ ਕਰ ਨਾ ਸਕਦੇ ਕਿ ਅੰਗਰੇਜ਼ ਖੇਵਟ ਨੰਬਰ ਲਾ ਕੇ ਜਾਂ ਗਰੁੱਪ ਬਣਾ ਕੇ ਜਾਂ ਅਸੀਂ ਇਹਨੂੰ ਕਿਸ ਨਾਲ ਤੋੜ ਸਕਨੇ ਹਾਂ। ਖੇਵਟ ਦਾ ਲਫ਼ਜ਼ ਖ਼ਤਮ ਕਰਨ ਦਾ ਕਿਸੇ ਨੂੰ ਇਖਤਿਆਰ ਨਹੀਂ ਦਿੱਤਾ ਜਾ ਰਿਹਾ, ਜਦਕਿ ਇਹ ਸਖਤੀ ਨਾਲ ਅਮਲ ਹੋ ਰਿਹਾ। ਇਹ ਹੁਣ ਜਦੋਂ ਕੰਪਿਊਟਰਾਈਜ਼ ਹੋਇਆ, ਇਸ ਤੋਂ ਪਹਿਲਾਂ ਜਦੋਂ ਅਸੀਂ ਪਟਵਾਰੀ ਕੋਲ ਜਾਂਦੇ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਸੜਕ ਵਾਲੀ ਵੇਚਣੀ ਆ, ਉਹ ਸੜਕ ਦਾ ਫਰਜ਼ ਦੇ ਛੋੜ ਸੀ ਖਸਰੇ ਨੰਬਰ 'ਚੋਂ। ਅਗਰ ਅਸੀਂ ਉਹਨੂੰ ਕਹਿੰਦੇ ਹਾਂ ਕਿ ਪਹਾੜ ਤੋਂ ਵੇਚ ਰਹੇ ਹਾਂ ਤਾਂ ਉਹ ਪਹਾੜ ਦੇ ਨੰਬਰ ਦਾ ਸਾਨੂੰ ਫਰਜ਼ ਜਾਰੀ ਕਰਦੇ ਸੀ। ਲੇਕਿਨ ਇਹਨਾਂ ਕੰਪਿਊਟਰ ਵਾਲਿਆਂ ਨੂੰ ਕਰ ਛੜਿਆ ਪਾਬੰਦ ਕਿ ਤੁਸੀਂ ਜਿਹੜਾ ਹੈ ਇਹ ਨਾ ਕਰ ਸਕਦੇ। ਲਿਹਾਜ਼ਾ ਖਰੀਦਣ ਵਾਲੇ ਨੂੰ ਵੀ ਨੁਕਸਾਨ ਤੇ ਵੇਚਣ ਵਾਲੇ ਨੂੰ ਵੀ ਨੁਕਸਾਨ। ਔਰ ਇਹ ਆਇੰਦਾ ਇਹ ਕਰੋਨਾ ਵਾਇਰਸ ਨਾਲੋਂ ਜ਼ਿਆਦਾ ਖਤਰਨਾਕ ਹੋ ਜਾਸੀ ਕਿ ਬੱਚੇ ਲੜਦੇ ਟਿਗਰ ਅਸਨ ਸਾਰਿਆਂ ਦੇ। ਉਹ ਜਿਹਨਾਂ ਪਹਾੜ ਤੋਂ ਖਰੀਦੀ ਆ ਉਹ ਵੀ ਆਖਣਗੇ ਸਾਡਾ ਨਾਂ ਸੜਕ ਦਾ ਬੋਲਦਾ ਅਸੀਂ ਲਵਾਂਗੇ, ਤੇ ਜਿਹੜੇ ਸੜਕ ਤੋਂ ਲੈ ਰਹੇ ਨੇ ਉਹਨਾਂ ਨੂੰ ਬੰਦੇ ਆਖਣਗੇ ਤੁਸੀਂ ਜਾਓ ਪਹਾੜ ਦੇ ਵਿੱਚ ਤੁਹਾਡਾ ਨਾਂ ਬੋਲਦਾ, ਤੁਸੀਂ ਇੱਥੋਂ ਥੋੜ੍ਹੀ ਜਿਹੀ ਮਾਲਕ ਹੋ, ਜਾਓ ਬਾਕੀ ਪਹਾੜ 'ਚੋਂ ਲਵੋ। ਇਸ ਵਾਸਤੇ ਇਹਨਾਂ ਸਾਰਿਆਂ ਝਗੜਿਆਂ ਨੂੰ ਖ਼ਤਮ ਕਰਨ ਦਾ ਇੱਕੋ ਹੀ ਤਰੀਕਾ ਕਿ ਖੇਵਟ ਦਾ ਲਫ਼ਜ਼ ਖ਼ਤਮ ਕਰ ਦਿੱਤਾ ਜਾਏ ਤੇ ਖਸਰਿਆਂ ਨੰਬਰਾਂ ਦੇ ਵਿੱਚੋਂ ਉਹ ਦਿੱਤਾ ਜਾਏ। ਅੱਗੇ ਆਖਦੇ ਨੇ ਤਕਸੀਮ ਕਰੋ। ਉਹ ਤਕਸੀਮ ਜਿਹੜੀ ਹੁੰਦੀ ਹੈ ਉਹ ਤਕਸੀਮ ਤਾਂ ਤਾਕਤਵਰ ਦੇ ਮੁਫਾਦ 'ਚ ਹੈ ਕਿ ਤਾਕਤਵਰ ਚੰਗੀ ਜ਼ਮੀਨ ਤਾਂ ਕਬਜ਼ਾ ਕਰ ਸੀ, ਸੜਕ ਦਾ ਕਬਜ਼ਾ ਕਰ ਲਿਆ ਸੀ, ਬੇਸ਼ੱਕ ਉਹਨੇ ਪਹਾੜ 'ਚੋਂ ਖਰੀਦੀ ਹੈ। ਤਾਂ ਕਬਜ਼ਾ ਕਰਨ ਤੋਂ ਬਾਅਦ ਜਿਹੜਾ ਅਦਾਲਤ ਜਾਣਗੇ ਤਾਂ ਜੱਜ ਸਾਹਿਬ ਜਿਹੜੇ ਨੇ ਉਹ ਫੈਸਲਾ ਕਰਦੇ ਸਨ, ਆਖਣ ਜੀ ਇਸ ਬੰਦੇ ਦਾ ਕਬਜ਼ਾ ਲਿਆਦਾ, ਇਸੇ ਦਾ ਖਿਆਲ ਕੀਤਾ ਜਾਏ। ਉਹ ਫਿਰ ਤਾਕਤਵਰ ਲੈ ਲਿਆ ਸੀ। ਦੂਸਰਾ ਉਹਨੇ ਅਪਰੋਚ ਲਾਣੀ ਹੈ, ਪੈਸਾ ਲਾਣਾ, ਹਰ ਤਰੀਕੇ ਤੋਂ ਉਸਨੇ ਆਪਣੇ ਹੱਕ 'ਚ ਫੈਸਲਾ ਕਰਾਉਣਾ। ਲਿਹਾਜ਼ਾ ਇਹ ਇੰਤਹਾਈ ਖਤਰਨਾਕ ਹੈ। ਨਾ ਤਕਸੀਮ ਦਾ ਹੋਣਾ ਚਾਹੀਦਾ ਦਾਵਾ ਤੇ ਨਾ ਖੇਵਟ ਦਾ ਲਫ਼ਜ਼ ਹੋਣਾ ਚਾਹੀਦਾ। ਦੋਏ ਖ਼ਤਮ ਕਰ ਦਿੱਤੇ ਜਾਣ ਤਾਂ ਕਿ ਆਇੰਦਾ
ਬੰਦੇ ਜਿਹੜੇ ਨੇ ਉਹ ਉਹਨਾਂ ਦੀਆਂ ਔਲਾਦਾਂ ਵੀ ਝਗੜਿਆਂ ਤੋਂ ਬਚ ਜਾਣ। ਜਿਨ੍ਹਾਂ ਬੰਦਿਆਂ ਨੇ ਖੇਵੜ ਵਿੱਚੋਂ ਕੋਈ ਬੰਦਾ ਐਸਾ ਹੈ ਜਿਨ੍ਹਾਂ ਨੇ ਖਰੀਦੀਆਂ ਸਨ 40 ਤੋਂ ਬਾਅਦ 'ਚ ਖਰੀਦੀਆਂ ਨੇ ਜਾਂ 48 'ਚ ਖਰੀਦੀਆਂ ਨੇ ਜਾਂ 50 'ਚ ਖਰੀਦੀਆਂ ਨੇ, ਉਹ ਅੱਜ ਤੱਕ ਮੁਕੱਦਮਿਆਂ 'ਚ ਪਏ ਨੇ ਕਿਉਂਕਿ ਉਹਨਾਂ ਦੀਆਂ ਔਲਾਦਾਂ ਜਿਹੜੀਆਂ ਨੇ ਉਹ ਕਹਿ ਰਹੀਆਂ ਨੇ ਕਿ ਸਾਡਿਆਂ ਵੱਡਿਆਂ ਨੇ ਖਰੀਦੀ ਅਤੇ ਅਸੀਂ ਇਹ ਸੜਕ ਦਾ ਵੀ ਮਾਲਕ ਹੈ ਵਾਂ। ਬੇਸ਼ੱਕ ਉਹਨਾਂ ਨੇ ਪਹਾੜ 'ਚੋਂ ਖਰੀਦੀ ਲੇਕਿਨ ਉਹ ਅੱਜ ਉਹ ਮੁਤਾਲਬਾ ਕਰ ਰਹੇ ਨੇ। ਇਸ ਵਾਸਤੇ ਇਹ ਖੇਵੜ ਦਾ ਲਫ਼ਜ਼ ਖ਼ਤਮ ਕਰਨ ਵਾਸਤੇ ਆਵਾਮ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਲਫ਼ਜ਼ ਖ਼ਤਮ ਹੋਵੇ ਖੇਵੜ ਦਾ, ਔਰ ਤਕਸੀਮ ਦਾ ਵੀ ਲਫ਼ਜ਼ ਖ਼ਤਮ ਹੋਵੇ। ਅਸਲਾਮ ਵਾਲੇਕੁਮ।